ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਵੱਡੀ ਜੁੜੀ ਹੋਈ ਅਹਿਮ ਖਬਰ। ਗੱਲਬਾਤ ਕਰਾਂਗੇ ਕਿ ਬੇਅਦਬੀ ਅਤੇ ਬਹਿਬਲ ਕਲਾਂ ਜਿਹੜੇ ਗੋਲੀकांड ਹੋਇਆ ਸੀ ਉਸ ਦੇ ਇਨਸਾਫ ਨੂੰ ਲੈ ਕੇ ਲੱਗਿਆ ਬਹਿਬਲ ਕਲਾਂ ਮੋਰਚਾ ਹੀ ਹੁਣ ਨਿਸ਼ਾਨੇ ਤੇ ਆ ਗਿਆ ਹੈ। ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ ਹੈ। ਸਰਕਾਰ ਦੇ ਨਾਲ ਸੈਟਿੰਗ ਦੀਆਂ ਚਰਚਾਵਾਂ ਲੋਕਾਂ ਦੇ ਵਿੱਚ ਆਮ ਚੱਲ ਪਈਆਂ ਨੇ। ਕਿਉਂ ਚੱਲ ਪਈਆਂ ਇਹੋ ਜਿਹੀਆਂ ਗੱਲਾਂ? ਕਿਉਂਕਿ ਵਾਰ-ਵਾਰ ਲੋਕ ਕਹਿ ਰਹੇ ਨੇ ਦੱਬੀ ਜ਼ੁਬਾਨ ਦੇ ਵਿੱਚ ਕਿ ਵਾਰ-ਵਾਰ ਸਰਕਾਰ ਦੇ ਕਹਿਣ ਦੇ ਉੱਪਰ ਸਮਾਂ ਦਿੱਤਾ ਜਾ ਰਿਹਾ ਹੈ। 24 ਘੰਟਿਆਂ ਦੀ ਗੱਲ ਕਰਨ ਵਾਲੀ ਜਿਹੜੀ ਸਰਕਾਰ ਹੈ ਉਹ ਸਰਕਾਰ ਨੂੰ ਵਾਰ-ਵਾਰ ਮੀਟਿੰਗਾਂ ਤੋਂ ਬਾਅਦ ਸਮਾਂ ਦਿੱਤਾ ਜਾ ਰਿਹਾ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਇਨਸਾਫ ਤੱਕ ਗੱਲ ਪਹੁੰਚ ਨਹੀਂ ਰਹੀ। ਤਾਂ ਇਸ ਵਾਰ ਕੀ ਕਹਿ ਕੇ ਮੋਰਚਾ ਜਿਹੜਾ ਉਠਾਇਆ ਗਿਆ, ਤਾਂ ਉਧਰ ਕੁੰਵਰ ਵਿਜੇ ਪ੍ਰਤਾਪ ਕੀ ਕਹਿੰਦੇ ਨੇ? ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਕੁਝ ਹੋਰ ਗੱਲ ਕਹਿ ਰਹੇ ਨੇ, ਸਰਕਾਰ ਅਤੇ ਮੁੱਖ ਮੰਤਰੀ ਕੁਝ ਹੋਰ ਗੱਲ ਕਹਿ ਰਿਹਾ ਹੈ। ਇਸ ਤੋਂ ਵੀ ਮੋਰਚੇ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਜਦ ਉਹਨਾਂ ਦਾ ਵਿਧਾਇਕ ਤੇ ਇਸ ਪੂਰੇ ਮਾਮਲੇ ਤੇ ਭਾਵੁਕਤਾ ਦੇ ਨਾਲ ਜੁੜਿਆ ਆਈਜੀ ਲੈਵਲ ਦਾ ਅਫਸਰ ਜਿਹਨੇ ਆਪਣੀ ਕੁਰਸੀ ਦੀ ਪਰਵਾਹ ਨਹੀਂ ਕੀਤੀ, ਕੁਰਸੀ ਨੂੰ ਲੱਤ ਮਾਰੀ ਅਤੇ ਬਾਅਦ ਦੇ ਵਿੱਚ ਇਸੇ ਵਿਸ਼ੇ ਦੇ ਕਰਕੇ ਹੀ ਜਿਹੜਾ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ, ਉਹਨਾਂ ਨਾਲ ਵਾਅਦੇ ਕੀਤੇ ਗਏ, ਪਰ ਫਿਰ ਵੀ ਇਨਸਾਫ ਤਣ ਪੱਤਣ ਨਾ ਲੱਗਿਆ। ਤਾਂ ਜੇ ਉਸ ਵਿਧਾਇਕ ਨੂੰ ਹੀ ਭਰੋਸਾ ਨਹੀਂ ਕਿ ਇਨਸਾਫ ਨਹੀਂ ਮਿਲਣਾ, ਤਾਂ ਫਿਰ ਮੋਰਚਾ ਕਿਸ ਤਰੀਕੇ ਦੇ ਨਾਲ ਸਰਕਾਰ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ? ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਜਿਹੜਾ ਉਹ ਮੋਰਚਾ ਕਿਵੇਂ ਇੱਕ ਪਾਸੋਂ ਚੱਕ ਲਿਆ ਜਾਂਦਾ ਹੈ ਕਿ ਇਹਦੇ ਪਿੱਛੇ ਵੀ ਕੋਈ ਸੈਟਿੰਗ ਸੀ? ਇਹੋ ਜਿਹੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਤਾਂ ਉਧਰ ਕੁੰਵਰ ਵਿਜੇ ਪ੍ਰਤਾਪ ਵਰਸਸ ਸਰਕਾਰ ਕਿਸ ਤਰੀਕੇ ਨਾਲ ਬਣ ਚੁੱਕਿਆ ਹੈ ਇਸ ਪੂਰੇ ਮਾਮਲੇ ਤੇ ਲੈ ਕੇ। ਹਾਲਾਂਕਿ ਹੋਰ ਕੋਈ ਹੈ ਨਹੀਂ ਗੱਲ, ਉਹ ਕਿਸ ਤਰੀਕੇ ਦੇ ਨਾਲ ਬਣਿਆ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਸਾਰੀ ਖਬਰ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਸਵਾਗਤ ਕਰਦਾ ਅਣਖ ਸਾਹਿਬ, ਸਵਾਗਤ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਅਣਖ ਸਾਹਿਬ, ਹੁਣ ਮੋਰਚਾ ਹੀ ਜਿਹੜਾ ਉਹ ਨਿਸ਼ਾਨੇ ਤੇ ਆ ਗਿਆ। ਮੋਰਚਾ ਨਿਸ਼ਾਨੇ ਤੇ ਇਸ ਤਰੀਕੇ ਨਾਲ ਆ ਗਿਆ ਹੈ ਕਿਉਂਕਿ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਵਾਲੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਹੈ ਉਹ ਤਕਰੀਬਨ 1 ਸਾਲ ਦਾ ਸਮਾਂ ਲੈ ਚੁੱਕੀ ਹੈ। ਕਿਤੇ 6 ਮਹੀਨੇ ਮੰਗ ਲੈਂਦੀ ਹੈ, ਕਿਤੇ 1.5 ਮਹੀਨੇ ਮੰਗ ਲੈਂਦੇ ਆ, ਕਿਤੇ ਕੀ ਮੰਗ ਲੈਂਦਾ, ਕਿਤੇ ਕਿੰਨਾ ਟਾਈਮ ਮੰਗ ਲੈਂਦਾ। ਜਦੋਂ ਕੁਲਤਾਰ ਸੰਧਵਾਂ ਵਾਲਾ ਜਿਹੜਾ ਸਿਸਟਮ ਲੰਘਿਆ ਸੀਗਾ 1.5 ਮਹੀਨੇ ਵਾਲਾ, ਉਦੋਂ ਇੰਝ ਲੱਗ ਰਿਹਾ ਸੀ ਕਿ ਹੁਣ ਜਿਹੜਾ ਇਹ ਮੋਰਚਾ ਇਹ ਵਿਸ਼ਾਲ ਰੂਪ ਧਾਰਨ ਕਰੂਗਾ। ਹੁਣ ਇਹ ਸਰਕਾਰ ਤੇ ਭਰੋਸਾ ਨਹੀਂ ਕਰਨਾ। ਫਿਰ ਉਸ ਤੋਂ ਬਾਅਦ ਭਰੋਸੇ ਦੇ ਭਰੋਸਾ, ਫਿਰ ਭਰੋਸੇ ਦੇ ਭਰੋਸਾ। ਇੱਕ ਪਾਸੇ ਹੁਣ ਮੁੱਖ ਮੰਤਰੀ ਨੇ ਟਵੀਟ ਕਰ ਦਿੱਤਾ। ਟਵੀਟ ਦੇ ਪਿੱਛੇ ਦੀ ਕਹਾਣੀ ਕੀ ਹੈ ਕਿ ਭਾਈ ਤੁਸੀਂ ਇਹ ਚੱਕ ਲਓ, ਇਹ ਮੋਰਚਾ ਜਿਹੜਾ ਉਹ ਚੱਕ ਲਓ, ਰਸਤਾ ਖੋਲ ਦਿਓ। ਫਿਰ ਉਦੋਂ ਧੰਨਵਾਦ ਦਾ ਵੀ ਟਵੀਟ ਆ ਜਾਂਦਾ। ਇਹਦੇ ਪਿੱਛੇ ਦੀ ਕਹਾਣੀ ਕੀ ਹੈ? ਔਰ ਇਹ ਵੀ ਪਤਾ ਲੱਗਿਆ ਕਿ ਕਹਿੰਦੇ ਕਿ ਇਸ ਮਹੀਨੇ ਦੇ ਐਂਡ ਤੱਕ ਇਨਸਾਫ ਜਿਹੜਾ ਉਹ ਮਿਲ ਜੂਗਾ। ਇਹੋ ਜਿਹੀਆਂ ਗੱਲਾਂ ਬਾਤਾਂ ਕਹਿੰਦੇ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀਆਂ। ਸਰਕਾਰ ਨੇ ਫਿਰ ਜਿਹੜੀ ਮੋਰਚੇ ਦੇ ਨਾਲ ਵਾਅਦਾ ਕੀਤਾ, ਜਦ ਕਿ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਇਹ ਗੱਲ ਕਹਿ ਚੁੱਕਿਆ ਕਿ ਹੁਣ ਇਨਸਾਫ ਜਿਹੜਾ ਉਹ ਨਹੀਂ ਮਿਲਣਾ। ਜਿਹੜਾ ਇਨਸਾਫ ਦੇਣ ਦੀ ਗੱਲ ਕਰਦਾ ਤੁਹਾਡੇ ਨਾਲ, ਜਿਹੜਾ ਤੁਹਾਡੇ ਨਾਲ ਵਾਅਦਾ ਕਰਦਾ ਹੈ, ਉਹ ਗੁੰਮਰਾਹ ਕਰ ਰਿਹਾ। ਭਾਵ ਕਿ ਮੁੱਖ ਮੰਤਰੀ ਅਤੇ ਜਿਹੜੇ ਸਰਕਾਰ ਕੀ ਗੁੰਮਰਾਹ ਕਰ ਰਹੀ ਹੈ। ਕਿਵੇਂ ਦੇਖਦੇ ਹੋ? ਕਿਉਂਕਿ ਇਹ ਜਦੋਂ 14 ਅਕਤੂਬਰ ਸੀਗਾ ਮੇਰੇ ਖਿਆਲ ਚ, ਉਦੋਂ ਇਹ ਕੁੰਵਰ ਵਿਜੇ ਪ੍ਰਤਾਪ ਨੇ ਇਹ ਗੱਲਾਂ ਬਾਤਾਂ ਕਹਿਤੀਆਂ ਸੀ ਕਿ ਹੁਣ ਇਨਸਾਫ ਨਹੀਂ ਮਿਲਣਾ। ਜਿਹੜਾ ਇਨਸਾਫ ਦੀ ਗੱਲ ਤੁਹਾਡੇ ਨਾਲ ਕਰ ਰਿਹਾ, ਵਾਅਦੇ ਕਰ ਰਿਹਾ, ਉਹ ਤੁਹਾਨੂੰ ਗੁੰਮਰਾਹ ਕਰ ਰਿਹਾ। ਕਿਵੇਂ ਦੇਖਦੇ ਹੋ? ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਪਾਸੇ ਭਰੋਸਾ ਨਹੀਂ, ਭਰੋਸਾ ਇਸ ਕਰਕੇ ਨਹੀਂ ਕਿਉਂਕਿ ਜੋ ਹਾਲਾਤ ਬਣੇ ਹੋਏ ਆ, ਕੁੰਵਰ ਵਿਜੇ ਪ੍ਰਤਾਪ ਨੇ ਸਾਫ਼ ਤੌਰ ਤੇ ਆਗਾਹ ਕੀਤਾ ਜਿਹੜਾ ਉਹ ਲੋਕਾਂ ਨੂੰ, ਉੱਥੇ ਮੋਰਚੇ ਦੇ ਵਿੱਚ ਬੈਠਿਆਂ ਨੂੰ। ਤੇ ਮੋਰਚਾ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਮੰਨਣ ਦੀ ਬਜਾਏ ਉਹ ਜਿਹੜਾ ਸਰਕਾਰ ਵਾਲੇ ਪਾਸੇ ਨੂੰ ਤੁਰ ਪਿਆ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕਿਉਂ ਲੋਕਾਂ ਦੇ ਨਿਸ਼ਾਨੇ ਤੇ, ਕਿਉਂ ਲੋਕ ਸ਼ੱਕ ਪੈਦਾ ਕਰ ਗਏ ਨੇ ਆਪਣੇ ਮਨਾਂ ਦੇ ਵਿੱਚ ਇਸ ਮੋਰਚੇ ਦੇ ਪ੍ਰਤੀ? ਸਿੱਧੂ ਸਾਹਿਬ, ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਆ ਮੋਰਚੇ ਦੇ ਸੰਬੰਧ ਦੇ ਵਿੱਚ, ਮੋਰਚੇ ਦੇ ਸੰਚਾਲਕਾਂ ਦੀ ਤੇ ਦੂਸਰੇ ਬੰਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ, ਜਾਂ ਉਹਨਾਂ ਵਿਅਕਤੀਆਂ ਦੀ ਕਿ ਜਿਹੜੇ ਸਮੇਂ-ਸਮੇਂ ਤੇ ਜਾ ਕੇ ਗੱਲਾਂ ਬਾਤਾਂ ਕਰਦੇ ਰਹੇ, ਭਰੋਸਾ ਕਰਦੇ ਰਹੇ, ਤਾਂ ਉਹਦੇ ਵਿੱਚੋਂ ਜਿਹੜਾ ਨਿਚੋੜ ਆ ਸੁਖਵਿੰਦਰ ਜੀ, ਇਹੋ ਨਿਕਲਦਾ ਇਸ ਤਰੀਕੇ ਦਾ ਮਹਿਸੂਸ ਹੁੰਦਾ ਕਿ ਜਿਵੇਂ ਜਿਹੜੇ ਮੋਰਚੇ ਦੇ ਸੰਚਾਲਕ ਨੇ ਉਹ ਵੀ ਥੱਕ ਚੁੱਕੇ ਆ, ਜੇ ਸਿੱਧੀ ਗੱਲ ਕਰੀਏ ਥੱਕ ਚੁੱਕੇ ਆ, ਤੇ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਕਿਸੇ ਵੀ ਗੱਲ ਨੂੰ ਤਨ ਪੱਤਰ ਲਾਉਣ ਦੇ ਮੂਡ 'ਚ ਜਿਹੜੀ ਨਹੀਂ ਹੈਗੀ। ਡੰਗ ਟਪਾਊ ਤਰੀਕੇ ਦੇ ਨਾਲ ਇਸ ਮਸਲੇ ਨੂੰ ਉਹ ਸਟੈਪ ਬਾਏ ਸਟੈਪ ਜਿਹੜੀ ਦੇਰੀ ਕਰ ਰਹੀ ਆ। ਇਹ ਇੱਕ ਸੰਕੇਤ ਦੀ ਗੱਲ ਆ। ਹੁਣ ਆਪਣੇ ਗੱਲ ਕਰੀਏ ਸੁਖਵਿੰਦਰ ਜੀ, ਜੇ ਪਹਿਲਾਂ ਸਰਕਾਰ ਦੇ ਰੋਲ ਦੀ ਗੱਲ ਕਰੀਏ, ਸਰਕਾਰ ਕਹਿੰਦੀ ਸੀ ਅਸੀਂ 24 ਘੰਟਿਆਂ 'ਚ ਇਨਸਾਫ ਦੇਵਾਂਗੇ। ਸਾਲ ਬੀਤ ਗਿਆ,
ਕਦੇ ਕੁਲਤਾਰ ਸਿੰਘ ਸੰਧਵਾਂ ਜਾ ਕੇ ਉੱਥੇ ਗੱਲ ਕਰਦੇ ਨੇ ਕਿ ਹਾਂ ਭਈ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਇਹੋ ਜਿਹੀ ਸਰਕਾਰ ਤੋਂ ਕੀ ਲੈਣਾ। ਉਸ ਤੋਂ ਬਾਅਦ ਉਹ ਫਿਰ ਜਾਂਦੇ ਨਹੀਂ, ਭਰੋਸਾ ਲੈ ਕੇ, ਭਰੋਸਾ ਦੇ ਕੇ ਵਾਪਸ ਆ ਜਾਂਦੇ ਆ। ਤੇ ਜਦੋਂ ਫਿਰ ਉਹ ਵੀ ਡੇਟ ਲੰਘ ਜਾਂਦੀ ਹੈ ਤਾਂ ਫਿਰ ਕਰਤਾਰ ਸਿੰਘ ਸੰਧਵਾਂ ਹੋਣੀ ਕਹਿੰਦੇ ਮੈਂ ਤੇ ਇੰਨੀ ਗੱਲ ਕਹੀ ਨਹੀਂ। ਹੁਣ ਕੱਲ ਵੀ ਇਹੋ ਜਿਹਾ ਬਿਆਨ ਕੁਲਦੀਪ ਸਿੰਘ ਧਾਲੀਵਾਲ ਦਾ ਆਇਆ। ਉਹ ਮੋਰਚੇ ਦੇ ਸੰਚਾਲਕਾਂ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਕਿ ਠੀਕ ਆ, ਤੁਸੀਂ 28 ਫਰਵਰੀ ਤੱਕ ਸਮਾਂ ਦਿਓ, 28 ਫਰਵਰੀ ਤੱਕ ਚਾਰਜ ਸ਼ੀਟ ਜਿਹੜੀ ਦਾਖਲ ਕਰ ਦਿੱਤੀ ਜਾਵੇਗੀ, ਇਨਸਾਫ ਜਿਹੜਾ ਤੁਹਾਨੂੰ ਹਰ ਹਾਲਤ ਵਿੱਚ ਮਿਲੇਗਾ। ਅਗਲੀ ਗੱਲ ਜਿਹੜੀ ਕੁਲਤਾਰ ਸਿੰਘ ਮਾਫ ਕਰਦਾ ਕੁਲਦੀਪ ਸਿੰਘ ਧਾਲੀਵਾਲ ਨੇ ਕਹੀ, ਬਿਲਕੁਲ ਕੁਲਤਾਰ ਸਿੰਘ ਸੰਧਵਾਂ ਵਾਲੀ, ਉਹਨਾਂ ਨੇ ਇੰਨੀ ਗੱਲ ਕਹੀ ਕਿ ਜੇਕਰ ਸਰਕਾਰ ਫਿਰ 28 ਫਰਵਰੀ ਤੱਕ ਇਨਸਾਫ ਨਹੀਂ ਦਿੰਦੀ ਤਾਂ ਮੈਂ ਤੁਹਾਡੇ ਨਾਲ ਹੋਵਾਂਗਾ, ਮੈਂ ਤੁਹਾਡੇ ਨਾਲ ਮੋਰਚੇ 'ਚ ਬੈਠ। ਇਹ ਕੁਲਦੀਪ ਸਿੰਘ ਧਾਲੀਵਾਲ ਦਾ ਉਹ ਜਿਹਾ ਬਿਆਨ ਜਿਹੜਾ ਕਿ ਇਸ ਸਮੇਂ ਕੁਲਤਾਰ ਸਿੰਘ ਸੰਧਵਾਂ ਨੇ ਦਿੱਤਾ। ਤੇ ਤੁਰੰਤ ਇਸ ਗੱਲ ਤੋਂ ਬਾਅਦ ਜਿਹੜੇ ਮੋਰਚੇ ਦੇ ਸੰਚਾਲਕ ਨੇ ਉਹ ਰਸਤਾ ਇੱਕ ਪਾਸੇ ਦਾ ਖੋਲ ਦਿੰਦੇ ਆ। ਪਹਿਲਾਂ ਦੁਪਹਿਰੇ ਮੁੱਖ ਮੰਤਰੀ ਸਾਹਿਬ ਦਾ ਟਵੀਟ ਆਉਂਦਾ, ਟਵੀਟ 'ਚ ਉਹ ਅਪੀਲ ਕਰਦੇ ਆ ਕਿ ਹਾਂਜੀ ਲੋਕਾਂ ਦੀਆਂ ਭਾਵਨਾਵਾਂ ਜੇ ਹੈ ਉਹ ਹੈ। ਤਾਂ ਉਹਨਾਂ ਦੀ ਅਪੀਲ ਦਾ ਅਸਰ ਜਿਹੜਾ ਇੰਨੀ ਜਲਦੀ ਮੋਰਚੇ ਦੇ ਸੰਚਾਲਕਾਂ ਤੋਂ ਹੁੰਦਾ, ਉਹ ਸੰਚਾਲਕ ਜਿਹੜੇ ਆਰ ਪਾਰ ਦੀ ਲੜਾਈ ਕਰਨ ਦੇ ਮੂਡ 'ਚ ਆ, ਜਿਹੜੇ ਕਹਿੰਦੇ ਸਰਕਾਰ ਨੂੰ ਅਸੀਂ ਚਾਲੂ ਕਰ ਦੇਣਾ। ਮੁੱਖ ਮੰਤਰੀ ਸਾਹਿਬ ਇੱਕ ਟਵੀਟ ਕਰਦੇ ਆ, ਉਹ ਟਵੀਟ ਸੁਣ ਕੇ ਹੀ, ਉਹ ਪੜ੍ਹ ਕੇ ਹੀ ਉਹ ਭਾਵਕ ਹੋ ਜਾਂਦੇ ਨੇ। ਮਤਲਬ ਬੜਾ ਤਕੜਾ ਉਹਨਾਂ ਦਾ ਗੱਲ ਹੈ। ਇਹ ਉਹ ਸੰਚਾਲਕ ਨੇ ਮੋਰਚੇ ਦੇ ਜਿਹੜੇ ਬੀਤੇ ਦੌਰ ਦੇ ਵਿੱਚ ਬੜੇ ਬੜੇ ਵੱਡੇ ਦਾਅਵੇ ਤੇ ਵਾਅਦੇ ਕਰਦੇ ਨੇ ਸਰਕਾਰਾਂ ਨੂੰ ਬਣਾਉਣ ਦੀਆਂ, ਸਰਕਾਰਾਂ ਨੂੰ ਡਿੱਗਣ ਦੀਆਂ। ਪਰ ਉਹ ਮੁੱਖ ਮੰਤਰੀ ਸਾਹਿਬ ਦਾ ਇੱਕ ਨਿੱਕਾ ਜਿਹਾ ਟਵੀਟ ਆਉਂਦਾ 4 ਲੈਣਾ ਦਾ, ਉਹਨੂੰ ਪੜ੍ਹ ਕੇ ਉਹ ਯਕੀਨ ਕਰ ਬੈਠਦੇ ਆ। ਜਾਂ ਤਾਂ ਵਾਕਿਆ ਹੀ ਮੁੱਖ ਮੰਤਰੀ ਸਾਹਿਬ ਤੋਂ ਉਹਨਾਂ ਨੂੰ ਇੰਨਾ ਯਕੀਨ ਆ ਗਿਆ, ਤੇ ਜਾਂ ਫਿਰ ਸਿੱਧੂ ਸਾਹਿਬ ਇਹ ਗੱਲ ਆ ਕਿ ਪਰਦੇ ਦੇ ਪਿੱਛੇ ਕੋਈ ਕਹਾਣੀ ਹੋਰ ਸੀ। ਇਹ ਸਾਰਾ ਕੁਝ ਕਰ ਲਿਆ ਗਿਆ, ਸਿਰਫ ਦਰਸਾਉਣਾ ਸੀ ਕਿ ਮੁੱਖ ਮੰਤਰੀ ਸਾਹਿਬ ਟਵੀਟ ਕਰਨਗੇ, ਕੁਲਦੀਪ ਸਿੰਘ ਧਾਲੀਵਾਲ ਹੁਣੀ ਜਾਣਗੇ ਤਾਂ ਉੱਥੇ ਜਾ ਕੇ ਫਿਰ ਰਸਤਾ ਜਿਹੜਾ ਖੋਲ ਦਿੱਤਾ ਜਾਵੇਗਾ। ਹੁਣ ਪਰਦੇ ਦੇ ਪਿਛਲੀ ਜਿਹੜੀ ਅਸਲ ਕਹਾਣੀ ਆ ਉਹ ਤਾਂ ਸਿੱਧੂ ਸਾਹਿਬ ਜਾਂ ਤਾਂ ਮੋਰਚੇ ਦੇ ਸੰਚਾਲਕ ਜਾਣਦੇ ਨੇ, ਤੇ ਜਾਂ ਵਿਚਲੇ ਵਿਚੋਲੇ ਜਾਣਦੇ ਨੇ, ਜਾਂ ਉਹ ਲੋਕ ਜਾਣਦੇ ਨੇ ਕਿ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਾਇਆ। ਬਾਕੀ ਹੁਣ ਸਿੱਧੂ ਸਾਹਿਬ ਇਹਦਾ ਸੰਕੇਤ ਤਾਂ ਉਸ ਵਕਤ ਵੀ ਮਿਲ ਪਿਆ ਸੀ ਜਦੋਂ ਕ੍ਰਿਸ਼ਨ ਭਗਵਾਨ ਸਿੰਘ ਹੋਣਾ ਦਾ ਬੇਟਾ ਸੁਖਰਾਜ ਉੱਥੇ ਧਰਨਾ ਲਾਉਂਦਾ, ਪਰ ਦੂਜੀ ਧਿਰ ਜਿਹੜਾ ਲੜਕਾ ਜਿਨ੍ਹਾਂ ਦਾ ਮਰਦਾ ਤੇ ਉਹ ਉਸ ਗੋਲੀकांड 'ਚ ਜਿਹੜਾ ਸ਼ਹੀਦ ਹੋਇਆ ਸੀ ਲੜਕਾ, ਉਹਦਾ ਫਾਦਰ ਇਸ ਮੋਰਚੇ ਦੇ ਵਿੱਚ ਉਹ ਸ਼ਾਮਲ ਹੀ ਨਹੀਂ ਹੋਏ। ਪਿਛਲੇ ਦਿਨਾਂ ਦੇ ਵਿੱਚ ਵੀ ਉਹ ਮੋਰਚੇ ਦੇ ਸੰਚਾਲਕਾਂ ਦੇ ਵੱਲੋਂ ਇਹ ਗੱਲ ਕਿਉਂ ਨਹੀਂ ਕਹੀ ਜਾਂਦੀ ਕਿ ਭਾਈ ਇਸ ਬਹਿਬਲ ਕਲਾਂ ਦੇ ਜਿਹੜੇ ਇਨਸਾਫ ਦੀ ਸਰਕਾਰ ਗੱਲ ਕਰ ਰਹੀ ਹੈ, ਇਹ ਇਨਸਾਫ ਦੀ ਰਿਪੋਰਟ ਤਾਂ ਜਿਹੜੀ ਉਹ ਬਣੀ ਪਈ ਹੈ। ਖੁਦ ਅਰਵਿੰਦ ਕੇਜਰੀਵਾਲ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਰਿਪੋਰਟ ਜਿਹੜੀ ਉਹ ਬਣੀ ਪਈ ਹੈ, 24 ਘੰਟੇ 'ਚ ਇਨਸਾਫ ਦੇ ਦਾਂਗੇ। ਫਿਰ ਉਹ ਰਿਪੋਰਟ ਤੇ ਚਲਾਨ ਕਿਉਂ ਨਹੀਂ ਚਲਾਇਆ, ਟ੍ਰਾਇਲ ਕਿਉਂ ਨਹੀਂ ਚਲਾਇਆ ਜਾ ਰਿਹਾ? ਉਸ ਰਿਪੋਰਟ ਤੇ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ, ਜਦਕਿ ਕੋਟਕਪੂਰਾ ਰਿਪੋਰਟ ਜਿਹੜੀ ਹੈ ਉਹ ਖਾਰਜ ਹੋਈ ਸੀਗੀ। ਬਹਿਬਲ ਕਲਾਂ ਰਿਪੋਰਟ ਤਾਂ ਆਪਣੇ ਆਪ ਦੇ ਵਿੱਚ ਸਟੈਂਡ ਕਰਦੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਟੀਮ ਦੇ ਰਾਹੀਂ ਉਹ ਜਿਹੜੀ ਰਿਪੋਰਟ ਬਚਾ ਰਹੀ ਹੈ, ਔਰ ਮੋਰਚੇ ਦੇ ਸੰਚਾਲਕ ਇਸ ਚੀਜ਼ ਨੂੰ ਕਿਉਂ ਨਹੀਂ ਕਹਿੰਦੇ ਕਿ ਭਾਈ ਉਸ ਰਿਪੋਰਟ ਜਿਹੜੀ ਰਿਪੋਰਟ ਬਣੀ ਹੋਈ ਹੈ, ਜਿਹੜੀ ਰਿਪੋਰਟ ਦੀ ਤੁਸੀਂ ਗੱਲ ਕਰਦੇ ਸੀ, ਜਿਹੜੀ ਰਿਪੋਰਟ ਤੁਹਾਡੇ ਹੀ ਐਮਐਲਏ ਦੇ ਵੱਲੋਂ ਬਣਾਈ ਗਈ ਸੀ ਅਫਸਰ ਹੁੰਦੇ ਆ, ਉਸੇ ਰਿਪੋਰਟ ਤੇ ਉਸੇ ਐਮਐਲਏ ਦੀ ਤੁਸੀਂ ਦਾਅਵੇ ਕਰਦੇ ਸੀਗੇ ਕਿ ਇਹਨਾਂ ਦੀ ਰਿਪੋਰਟ ਤੇ ਤੁਹਾਨੂੰ ਇਨਸਾਫ ਦੇਣਾ। ਹੁਣ ਉਸ ਰਿਪੋਰਟ ਦੇ ਉੱਪਰ ਤੁਸੀਂ ਇਨਸਾਫ ਦਿੰਦੇ ਕਿਉਂ ਨਹੀਂ? ਤਾਂ ਨਵੀਂ ਐਸਆਈਟੀ ਦੀ ਲੋੜ ਕੀ ਸੀ? ਇਹ ਜਿਹੜੀਆਂ ਗੱਲਾਂ ਬਾਤਾਂ ਮੋਰਚੇ ਦੇ ਸੰਚਾਲਕਾਂ ਦੇ ਵੱਲੋਂ ਕੀਤੀਆਂ ਕਿਉਂ ਨਹੀਂ ਜਾ ਰਹੀਆਂ? ਤੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਨਹੀਂ ਮਿਲਣਾ ਇਨਸਾਫ। ਹੁਣ ਕਹਿੰਦੇ ਕਿ ਜਿਹੜਾ ਇਨਸਾਫ ਤੁਹਾਡੀ ਗੱਲ ਕਰਦਾ ਉਹ ਤੁਹਾਨੂੰ ਗੁੰਮਰਾਹ ਕਰ ਰਿਹਾ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਸੁਖਵਿੰਦਰ ਜੀ, ਬੜੀ ਵਧੀਆ ਸਥਿਤੀ ਤੁਸੀਂ ਬਿਆਨ ਕੀਤੀ ਆ ਕਿ ਮੋਰਚੇ ਦੇ ਸੰਚਾਲਕ ਇਸ ਗੱਲ ਤੇ ਕਿਉਂ ਨਹੀਂ ਜ਼ੋਰ ਪਾਉਂਦੇ ਕਿ ਬਹਿਬਲ ਕਲਾਂ ਗੋਲੀकांड ਦੀ ਜਿਹੜੀ ਰਿਪੋਰਟ ਆ ਉਹਦੇ ਕਰਕੇ ਤੇ ਉਹਦੇ ਉੱਤੇ ਕਾਰਵਾਈ ਜਿਹੜੀ ਟ੍ਰਾਇਲ ਸ਼ੁਰੂ ਕੀਤਾ ਜਾਵੇ। ਸਿੱਧੂ ਸਾਹਿਬ, ਮੈਨੂੰ ਇੱਕ ਬੜੀ ਹੈਰਾਨਗੀ ਦੀ ਗੱਲ ਹੁੰਦੀ ਆ, ਮੈਂ ਜਾਂ ਤੁਸੀਂ ਜਾਂ ਮੋਰਚੇ ਦੇ ਸੰਚਾਲਕ ਸਾਰੇ ਇੱਕੋ ਬਾਰ-ਬਾਰ ਇਨਸਾਫ ਦੀ ਗੱਲ ਕਰਦੇ ਆ। ਚਲੋ ਅਸੀਂ ਤਾਂ ਆਪਣੇ ਪੱਧਰ ਤੇ ਵੇਖਦੇ ਕਿ ਇਨਸਾਫ ਦੀ ਜਿਹੜੀ ਸਥਿਤੀ ਕੀ ਆ, ਪਰ ਅਜੇ ਤੱਕ ਮੋਰਚੇ ਦੇ ਜਿਹੜੇ ਸੰਚਾਲਕ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿਸ ਇਨਸਾਫ ਦੀ ਮੰਗ ਕਰ ਰਹੇ ਆ। ਕੀ ਉਹ ਇੱਕ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਪਏ ਆ? ਕਦੇ ਉਹਨਾਂ ਨੇ ਸਿਰਫ ਇੱਕੋ ਹੀ ਗੱਲ, ਹਾਂਜੀ ਇਨਸਾਫ ਚਾਹੀਦਾ, ਇਨਸਾਫ ਲੈਣ ਵਾਸਤੇ ਪਹਿਲਾਂ ਇਹ ਤਾਂ ਹੋਵੇ ਕਿ ਤੁਸੀਂ ਚਾਹੁੰਦੇ ਕੀ ਜੇ। ਹੁਣ ਜਿਸ ਤਰੀਕੇ ਨਾਲ ਸਥਿਤੀ ਤੁਸੀਂ ਬਿਆਨ ਕੀਤੀ ਕਿ ਬਹਿਬਲ ਕਲਾਂ ਗੋਲੀकांड ਦੀ ਰਿਪੋਰਟ ਬਿਲਕੁਲ ਕੰਵਰ ਵਿਜੇ ਪ੍ਰਤਾਪ ਨੇ ਆਪਣੇ ਯਤਨਾਂ ਸਦਕਾ ਉਹਨੂੰ ਜਿੰਦਾ ਰੱਖਿਆ ਤੇ ਉਹਦੇ ਉੱਤੇ ਟ੍ਰਾਇਲ ਹੋ ਸਕਦਾ, ਕੰਪਲੀਟ ਰਿਪੋਰਟ ਆ। ਜਾਂ ਤਾਂ ਸੰਚਾਲਕ ਇਸ ਮੁੱਦੇ ਤੇ ਕਹਿਣ ਕਿ ਹਾਂ ਵੀ ਉਹ ਟ੍ਰਾਇਲ ਉਹਦਾ ਸ਼ੁਰੂ ਕਰਾਓ, ਜਾਂ ਕਾਨੂੰਨੀ ਕਾਰਵਾਈ ਜਿਹੜੀ ਪ੍ਰਕਿਰਿਆ ਉਹ ਸਟਾਰਟ ਹੋਣੀ ਚਾਹੀਦੀ ਹੈ, ਸਾਨੂੰ ਐਸਆਈਟੀ ਦੀ ਲੋੜ ਨਹੀਂ। ਕਾਰਨ ਇਹ ਆ ਸਿੱਧੂ ਸਾਹਿਬ ਕਿ ਜਿਹੜੇ ਇਹ ਮੋਰਚੇ ਦੇ ਸੰਚਾਲਕ ਨੇ ਆਪਣੇ ਆਪ ਦੇ ਵਿੱਚ ਵੀ ਸਪਸ਼ਟ ਨਹੀਂ ਹੈਗੇ ਕਿ ਇਹਨਾਂ ਨੂੰ ਚਾਹੀਦਾ ਕਿ ਇਹ ਕਿਸ ਮੁੱਦੇ ਦੀ ਲੜਾਈ ਲੜ ਰਹੇ ਆ। ਜਦੋਂ ਵੀ ਗੱਲ ਚੱਲ ਗਈ ਬੇਅਦਬੀ ਦਾ ਇਨਸਾਫ, ਗੋਲੀकांड ਦਾ ਇਨਸਾਫ, ਪਰ ਇੱਕ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹੀ ਇਨਸਾਫ ਮਿਲਣਾ। ਤੇ ਪਰ ਤਰਾਸਦੀ ਇਸ ਗੱਲ ਦੀ ਆ ਸਿੱਧੂ ਸਾਹਿਬ ਕਿ ਚਾਹੇ ਮੋਰਚੇ ਦੇ ਸੰਚਾਲਕ ਨੇ,
ਤੇ ਚਾਹੇ ਮੋਰਚੇ ਦੇ ਪਰਦੇ ਦੇ ਪਿੱਛੇ ਜਾਂ ਅੱਗੇ ਜਿਹੜੇ ਇਹਨੂੰ ਚਲਾ ਰਹੇ ਨੇ, ਉਹਨਾਂ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਇੱਕ ਪਰਿਵਾਰ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋ ਜੇ ਤਾਂ ਸਮਝੋ ਇਨਸਾਫ ਮਿਲ ਗਿਆ। ਕਾਰਨ ਇਹੋ ਹੀ ਆ ਕਿ ਜੇਕਰ 7 ਸਾਲ ਹੋ ਚਲੇ ਨੇ ਇਸ ਮੁੱਦੇ ਨੂੰ ਚੱਲਦੇ ਆ, ਤੇ ਜੇਕਰ ਅਜੇ ਤੱਕ ਗੱਲ ਕਿਸੇ ਤਨ ਪੱਤਰ ਨਹੀਂ ਨਾ ਲੱਗੀ, ਉਸ ਦਾ ਕਾਰਨ ਮੈਨੂੰ ਜੋ ਨਜ਼ਰੀ ਆਉਂਦਾ ਇਹੋ ਹੀ ਆ ਕਿ ਜਿਹੜੇ ਮੋਰਚਾ ਲਾਉਣ ਵਾਲੇ ਨੇ ਜਾਂ ਮੋਰਚੇ ਨੂੰ ਚਲਾਉਣ ਵਾਲੇ ਨੇ ਜਾਂ ਬੀਤੇ ਦੌਰ ਦੇ ਵਿੱਚ ਜਿਹੜੇ ਬੰਦੇ ਵਿੱਚ ਜਾ ਕੇ ਗੱਲਾਂ ਬਾਤਾਂ ਕਰਦੇ ਨੇ, ਉਹ ਆਪਣੇ ਆਪ ਵਿੱਚ ਸਪਸ਼ਟ ਹੀ ਨਹੀਂ ਹੈ ਕਿ ਉਹ ਚਾਹੁੰਦੇ ਕੀ ਆ। ਆਹ ਹੁਣ ਜਿਹੜੀ ਬਾਤ ਅਸੀਂ ਗੱਲ ਕੀਤੀ ਆ ਕਿ ਬਹਿਬਲ ਕਲਾਂ ਗੋਲੀकांड ਦੀ ਰਿਪੋਰਟ ਜਿੰਦਾ ਕਰ ਵਿਜੇ ਪ੍ਰਤਾਪ ਹੁਣੀ ਕਹਿੰਦੇ ਆ ਕਿ ਭਈ ਹੁਣ ਇਨਸਾਫ ਨਹੀਂ ਜੇ ਮਿਲਣਾ, ਮਤਲਬ ਤਾਂ ਸਾਫ਼ ਹੈ ਕਿ ਜਿਹੜੀ ਉਹ ਰਿਪੋਰਟ ਜਿਹੜੀ ਜਾਂਚ ਹੋਈ ਪਈ ਆ ਉਸ ਰਿਪੋਰਟ ਨੂੰ ਤੁਸੀਂ ਸਾਈਡ ਤੇ ਰੱਖਤਾ ਤੇ ਐਲਕੇ ਯਾਦਵ ਵਾਲੀ ਇੱਕ ਐਸਆਈਟੀ ਬਣਾ ਕੇ ਤੁਸੀਂ ਨਵੇਂ ਸਿਰ ਤੋਂ ਜਾਂਚ ਸ਼ੁਰੂ ਕਰਤੀ। ਇਨਸਾਫ ਮਿਲੇਗਾ ਕਿੱਥੇ? ਜਦੋਂ ਵੀ ਸਿੱਧੂ ਸਾਹਿਬ ਕੋਈ ਇਹੋ ਜਿਹੀਆਂ ਐਸਆਈਟੀਆਂ ਬਣਦੀਆਂ ਨੇ, ਉਹਨਾਂ ਦਾ ਸਿਰਫ ਤੇ ਸਿਰਫ ਮੰਤਵ ਇਹ ਹੁੰਦਾ ਕਿ ਇਸ ਗੱਲ ਨੂੰ ਲੰਮੀਰੀ ਕੀਤਾ ਜਾਵੇ, ਇਸ ਗੱਲ ਨੂੰ ਠੰਡੇ ਬਸਤੇ ਚ ਪਾ ਦਿੱਤਾ ਜਾਵੇ ਤਾਂ ਜੋ ਹੌਲੀ ਹੌਲੀ ਗੱਲਬਾਤ ਚੱਲਦੀ ਰਹੇ। ਜੇ ਵਾਕਿਆ ਹੀ ਸਰਕਾਰ ਇਸ ਮੁੱਦੇ ਤੇ ਇਨਸਾਫ ਦੇਣ ਵਾਸਤੇ ਆਪਾਂ ਕਹਿ ਸਕਦੇ ਕਿ ਪ੍ਰਤੀਬੱਧ ਆ, ਦੂਜੇ ਪਾਸੇ ਜੇਕਰ ਮੋਰਚੇ ਦੇ ਸੰਚਾਲਕ ਇਸ ਗੱਲ ਵਾਸਤੇ ਪ੍ਰਤੀਬੱਧ ਨੇ ਕਿ ਹਾਂ ਵੀ ਇਨਸਾਫ ਲੈਣਾ, ਤਾਂ ਫਿਰ ਕਿਸੇ ਪਰਿਵਾਰ ਦੇ ਸੰਬੰਧਿਤ ਮੈਂਬਰਾਂ ਦੀ, ਕਿਸੇ ਡੀਜੀਪੀ ਦੀ ਜਾਂ ਕਿਸੇ ਐਸਐਸਪੀ ਦੀ ਗ੍ਰਿਫਤਾਰੀ ਉੱਤੇ ਜ਼ੋਰ ਪਾਉਣ ਦੀ ਬਜਾਏ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਹਾਂ ਵੀ ਉਸ ਰਿਪੋਰਟ ਤੇ ਤੁਸੀਂ ਕਾਰਵਾਈ ਕਰਾਓ। ਪਰ ਸ਼ਾਇਦ ਜਿਹੜੇ ਮੋਰਚਾ ਚਲਾਉਣ ਵਾਲੇ ਨੇ ਜਾਂ ਉਹਨਾਂ ਦੇ ਜਿਹੜੇ ਅਸੀਂ ਹਮਦਰਦ ਕਹਿ ਸਕਦੇ ਜਾਂ ਉਹਨਾਂ ਦੇ ਜਿਹੜੇ ਸਲਾਹਕਾਰ ਨੇ, ਉਹ ਸ਼ਾਇਦ ਇਸ ਮੁੱਦੇ ਤੇ ਆਉਂਦੇ ਨਹੀਂ। ਉਹ ਕੇਵਲ ਤੇ ਕੇਵਲ ਧਰਨਿਆਂ ਤੇ ਹੀ ਯਕੀਨ ਰੱਖਦੇ ਪਏ, ਕਦੀ ਉੱਥੇ ਧਰਨਾ ਲਾਤਾ ਕਦੇ ਉੱਥੇ ਧਰਨਾ ਲਾਤਾ। ਸਿੱਧੂ ਸਾਹਿਬ, ਜਿਹੜਾ ਅੱਜ ਦਾ ਸਮਾਂ ਦਲੀਲ ਦਾ ਸਮਾਂ ਆ, ਅੱਜ ਦਾ ਸਮਾਂ ਤਰਕ ਦਾ ਸਮਾਂ, ਅੱਜ ਦਾ ਸਮਾਂ ਜ਼ੋਰ ਜ਼ਬਰਦਸਤੀ ਦਾ ਸਮਾਂ ਨਹੀਂ ਹੈਗਾ। ਜੇਕਰ ਮੈਂ ਗੱਲ ਥੋੜੀ ਜਿਹੀ ਦੂਜੇ ਪਾਸੇ ਲੱਗਾ ਕਰਨ, ਜੇਕਰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਬਰੂਹਾਂ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਦਾ ਲੈ ਕੇ ਬੈਠਾ ਤੇ ਜੇਕਰ ਉੱਥੇ ਉਹ ਜ਼ੋਰ ਜ਼ਬਰਦਸਤੀ ਕਰਦੇ ਤੇ ਕਿਸੇ ਵੀ ਸੂਰਤ ਚ ਬੰਦੀ ਸਿੰਘ ਰਿਹਾ ਨਹੀਂ ਜੇ ਹੋ ਸਕਦੇ, ਇਹ ਗੱਲ ਪੱਥਰ ਤੇ ਲਕੀਰ ਆ। ਹਾਂ, ਜੇਕਰ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ ਦੇ ਮਨੁੱਖੀ ਮਾਨਵੀ ਅਧਿਕਾਰਾਂ ਦੇ ਸੰਬੰਧ ਦੇ ਵਿੱਚ ਉੱਥੇ ਉਠਾਇਆ ਜਾਵੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਨੂੰ ਭੱਜ ਦੌੜ ਪੈਂਦੀ ਹੈ। ਕੇਂਦਰ ਸਰਕਾਰ ਸਕਿੰਟਾਂ 'ਚ ਕਾਰਵਾਈ ਕਰੇਗਾ। ਉਹੀ ਹਾਲ ਕੌਮੀ ਆ ਜਿਹੜਾ ਬਰਗਾੜੀ ਇਨਸਾਫ ਮੋਰਚਾ ਕਿ ਅਸੀਂ ਧਰਨੇ ਲਾ ਦਿੱਤੇ, ਅਸੀਂ ਉਸ ਸਰਕਾਰ ਦੀ ਭਰੋਸੇ ਦੀ ਗੱਲ ਕੀਤੀ। ਗੱਲ ਹੈਗੀ ਕਾਨੂੰਨੀ ਪ੍ਰਕਿਰਿਆ ਦੀ। ਉਸ ਕਾਨੂੰਨੀ ਪ੍ਰਕਿਰਿਆ ਲੰਮੀ ਜ਼ਰੂਰ ਹੋ ਸਕਦੀ ਆ, ਜ਼ਰੂਰ ਹੋ ਸਕਦਾ ਕਿ ਉਹ ਸਮਾਂ ਚੱਲੇ, 7 ਸਾਲ ਦਾ ਤਾਂ ਸਮਾਂ ਅੱਗੇ ਚੱਲ ਗਿਆ, ਪਰ ਜੇਕਰ ਤੁਹਾਡੇ ਕੋਲ ਉਹ ਰਿਪੋਰਟ ਹੈਗੀ ਆ ਔਰ ਉਸ ਰਿਪੋਰਟ ਨੂੰ ਕਰਨ ਵਾਲਾ, ਤਿਆਰ ਕਰਨ ਵਾਲਾ ਕਬਰ ਵਿਜੇ ਪ੍ਰਤਾਪ ਜਿਹੜਾ ਬਾਰ-ਬਾਰ ਦੁਹਾਈ ਦਿੰਦਾ ਕਿ ਹਾਂ ਭਾਈ ਇਸ ਰਿਪੋਰਟ ਤੇ ਕਾਰਵਾਈ ਹੋਊ, ਜਾਂਚ ਸਾਰੀ ਮੁਕੰਮਲ ਆ, ਤੁਸੀਂ ਉਸ ਪਾਸੇ ਚੱਲ ਪਓ। ਜੇਕਰ ਉਸ ਪਾਸੇ ਨਹੀਂ ਵੀ ਚੱਲਣਾ, ਤੁਸੀਂ ਆਪਣੇ ਪੱਧਰ ਤੇ ਹੀ ਮੋਰਚੇ ਦੇ ਸੰਚਾਲਕ ਉਸ ਰਿਪੋਰਟ ਦਾ ਟਰਾਇਲ ਸ਼ੁਰੂ ਕਰਵਾ ਸਕਦੇ, ਉਸ ਰਿਪੋਰਟ ਨੂੰ ਆਧਾਰ ਬਣਾ ਕੇ ਕੋਈ ਕਾਨੂੰਨੀ ਲੜਾਈ ਜਿਹੜੀ ਹੈ ਉਹ ਸ਼ੁਰੂ ਕਰ ਸਕਦੇ ਆ। ਪਰ ਸ਼ਾਇਦ ਇਹ ਸਾਡੀ ਕੌਮ ਦੀ ਤਰਾਸਦੀ ਹੈ ਕਿ ਅਸੀਂ ਹਰ ਗੱਲ ਜਿਹੜੀ ਹੈ ਜ਼ੋਰ ਜ਼ਬਰਦਸਤੀ ਨਾਲ ਮਨਾਉਣਾ ਚਾਹੁੰਦੇ ਹਾਂ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਜਿਹੜੀ ਕੌਮ ਆ ਅੱਜ ਤੱਕ ਕਿਸੇ ਵੀ ਪੱਧਰ ਤੇ ਇਨਸਾਫ ਨਹੀਂ ਲੈ ਸਕੀ। ਇੱਕ ਬੜੀ ਰੌਲਾ ਸਾਹਿਬ ਇਹ ਹੈ ਕਿ ਇੱਕ ਵਾਰੀ ਠੀਕ ਹੈ ਟਾਈਮ ਦੇਤਾ, 2 ਵਾਰੀ ਦੇਤਾ, 3 ਵਾਰੀ ਦੇਤਾ, 4 ਵਾਰੀ ਦੇਤਾ, ਤੁਸੀਂ ਧਰਨਾ ਲਾ ਲੈਂਦੇ ਹੋ, ਅਗਲੇ ਆ ਜਾਂਦੇ ਆ, ਤੁਸੀਂ ਮੰਨ ਲੈਂਦੇ ਆ, ਤੁਸੀਂ ਧਰਨਾ ਲਾ ਲੈਂਦੇ ਆ, ਅਗਲੇ ਆ ਜਾਂਦੇ ਆ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਉੱਥੇ ਪਹੁੰਚੇ ਜਿਹੜੇ ਲੋਕ ਸਾਡੇ ਨਾਲ ਗੱਲਾਂ ਬਾਤਾਂ ਆਮ ਲੋਕ ਜਿਹੜੇ ਆ ਉਹ ਕਰਦੇ ਆ, ਉਹ ਕਹਿੰਦੇ ਕਿ ਯਾਰ ਕਿੰਨੇ ਕੁ ਵਾਰੀ ਉੱਥੇ ਜਾਈਏ, ਕਿੰਨੇ ਕੁ ਵਾਰੀ ਉੱਥੇ ਜਾਈਏ। ਉੱਥੇ ਜਦੋਂ ਜਾਈਦਾ ਬੜੇ ਜਾਈਦਾ, ਚਲੋ ਭਾਈ ਇਹਨਾਂ ਦੀ ਮਦਦ ਕਰਾਂਗੇ ਇਨਸਾਫ ਦੇ ਵਿੱਚ, ਤੇ ਉਹ ਜਦੋਂ ਸਰਕਾਰ ਆਉਂਦੀ ਹੈ ਕਹਿੰਦੇ ਉੱਠ ਜਾਂਦੇ ਆ, ਜਦੋਂ ਸਰਕਾਰ ਆਉਂਦੀ ਉੱਠ ਜਾਂਦੇ ਆ। ਲੋਕ ਵੀ ਹੁਣ ਤਾਂ ਅੱਕ ਚੁੱਕੇ। ਸੁਖਵਿੰਦਰ ਜੀ, ਇਹਨਾਂ ਧਰਨਿਆਂ 'ਚ ਸ਼ਾਮਲ ਉਹ ਲੋਕ ਪਹਿਲਾਂ ਜਦੋਂ ਸ਼ੁਰੂ 'ਚ ਧਰਨਾ ਹੁੰਦਾ, ਉਹ ਲੋਕਾਂ ਦੀ ਇੱਕ ਹਮਦਰਦੀ ਹੁੰਦੀ ਹੈ, ਲੋਕ ਹਮਦਰਦੀ ਭਾਵਨਾ ਜਾਂਦੇ ਆ। ਫਿਰ ਉਸ ਤੋਂ ਮਗਰੋਂ ਉਹ ਲੋਕਾਂ ਦਾ ਜਿਹੜਾ ਜਮਾਵੜਾ ਹਮਦਰਦ, ਅਸਲ ਹਮਦਰਦ ਲੋਕਾਂ ਦਾ, ਫਿਰ ਹੌਲੀ ਹੌਲੀ ਕੱਟਣਾ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਕੱਟਦਿਆਂ ਜਦੋਂ ਕੋਈ ਵੀ ਮੋਰਚੇ ਨੂੰ ਚਲਾਉਣ ਵਾਲੇ ਲੋਕ ਸਰਕਾਰਾਂ ਤੇ ਨਿਰਭਰ ਹੋਣ ਜਾਂ ਕੋਈ ਸਰਕਾਰ ਸਾਨੂੰ ਆਣ ਕੇ ਮਨਾਵੇ, ਤਾਂ ਫਿਰ ਕੁਦਰਤੀ ਤੌਰ ਤੇ ਲੋਕਾਂ ਦਾ ਜਿਹੜਾ ਸਮਰਥਨ ਹੁੰਦਾ ਸਿੱਧੂ ਸਾਹਿਬ ਉਹ ਘਟਣਾ ਸ਼ੁਰੂ ਹੋ ਜਾਂਦਾ। ਚਾਹੇ ਉਹ ਕਿਸਾਨ ਅੰਦੋਲਨ ਹੋਵੇ, ਚਾਹੇ ਕੌਮੀ ਇਨਸਾਫ ਮੋਰਚਾ ਹੋਵੇ, ਤੇ ਚਾਹੇ ਇਹ ਬਰਗਾੜੀ ਇਨਸਾਫ ਮੋਰਚਾ ਹੋਵੇ। ਤੁਸੀਂ ਦੇਖੋ ਕਿ ਜਦੋਂ ਇਹ ਸ਼ੁਰੂ ਹੋਏ ਸੀ ਉਸ ਵੇਲੇ ਇੱਕ ਲੋਕਾਂ ਦਾ ਇੱਕ ਲੰਮਾ ਕਾਫਲਾ ਮੌਜੂਦ ਸੀ। ਉਸ ਧਰਨਿਆਂ ਦੇ ਵਿੱਚੋਂ ਬਹੁਤ ਕੁਝ ਨਿਕਲਿਆ, ਬੜੇ ਮੁਕਾਮੀ ਮਤਵਾਚੀ ਜਥੇਦਾਰ ਬਣ ਗਏ, ਬਹੁਤ ਕੁਝ ਏਦਾਂ ਦਾ ਹੋਇਆ। ਪਰ ਗੱਲ ਇਹੋ ਹੀ ਹੋ ਗਈ ਹੌਲੀ ਹੌਲੀ ਹੁਣ ਸੁਖਰਾਜ ਹੁਣੀ ਜਿਹੜਾ ਇਹ ਮੋਰਚਾ ਸ਼ੁਰੂ ਕਰਦੇ ਨੇ, ਮੇਰਾ ਨਹੀਂ ਖਿਆਲ ਕਿ ਉੱਥੇ 1000 ਦੀ ਗਿਣਤੀ ਦੇ ਵਿੱਚ ਵੀ ਬੰਦੇ ਪਹੁੰਚੇ ਹੋਣ। ਹੋ ਸਕਦਾ 1500 ਜਿਹੜਾ ਸ਼ੁਰੂ ਹੋਇਆ ਉਦੋਂ 100 ਬੰਦਾ ਹੋਏ ਜਾਂ 200 ਬੰਦਾ ਹੋ ਸਕਦਾ ਜਿਸ ਦਿਨ ਸ਼ੁਰੂ ਹੋਇਆ ਹੋਵੇ। ਪਰ ਹੌਲੀ ਹੌਲੀ ਸਿੱਧੂ ਸਾਹਿਬ ਲੋਕ ਘਟਣਾ ਸ਼ੁਰੂ ਹੋ ਜਾਂਦੇ, ਕਿਉਂਕਿ ਉਹਨਾਂ ਨੇ ਵੀ ਵੇਖਣਾ ਹੁੰਦਾ ਕਿ ਮੋਰਚੇ ਦੇ ਸੰਚਾਲਕ ਕਿਸ ਤਰੀਕੇ ਨਾਲ ਇਸ ਮੋਰਚੇ ਨੂੰ ਚਲਾ ਰਹੇ ਆ ਤੇ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਨੂੰ ਬੇਵਕੂਫ ਬਣਾ ਰਹੀ ਆ। ਤਾਂ ਫਿਰ ਬਣਾਉਣ ਵਾਲੇ ਜਿਹੜੇ ਬੇਵਕੂਫ ਬਣਾਉਣ ਵਾਲੇ, ਉਹ ਜੇਕਰ ਦੂਜੇ ਬੰਦੇ ਨੂੰ ਬੇਵਕੂਫ ਬਣ ਰਹੇ ਆ
ਤਾਂ ਫਿਰ ਜਿਹੜਾ ਆਮ ਬੰਦਾ ਉਹਨਾਂ ਹਮਦਰਦੀ ਭਾਵਨਾ ਨਾਲ ਲੈ ਕੇ ਉਸ ਮੋਰਚੇ 'ਚ ਸ਼ਾਮਲ ਹੋਵੇਗਾ ਤਾਂ ਸੁਖਿੰਦਰ ਜੀ ਫਿਰ ਉਹ ਵਾਪਸੀ ਘਰਾਂ ਨੂੰ ਹੁੰਦਾ ਉਹਨੇ ਨਾਲ ਤੁਰਦਾ ਨਹੀਂ, ਕਿਉਂਕਿ ਲੋਕਾਂ ਨੇ ਤਾਂ ਹੁਣ 28 ਗੱਲ ਤਰੀਕ ਚਾਹੁਣੀ ਆ। ਤੁਹਾਨੂੰ ਲੱਗਦਾ ਕਿ 28 ਤਰੀਕ ਤੱਕ ਇਨਸਾਫ ਮਿਲੂਗਾ? ਲੱਗਦਾ ਕਿ ਕੋਈ ਇਹਦੇ ਵਿੱਚ ਕੋਈ ਤਣਪੱਤਰ ਕਿਸੇ ਪਾਸੇ ਸਿਰੇ ਗੱਲ ਲੱਗੂਗੀ, ਜਾਂ ਪਹਿਲਾਂ ਵਾਂਗੂ ਫੇਰ ਕਾਲ ਦੇਣਗੇ ਆ ਜਾਓ ਭਾਈ ਆ ਜਾਓ, ਫੇਰ ਰੋਡ ਜਾਮ ਕਰ ਲਈਏ? ਸੁਖਵਿੰਦਰ ਜੀ ਇਹ ਤਾਂ ਗੱਲ ਬੜੀ ਸੋਹਣੀ ਤੁਸੀਂ ਕੀਤੀ ਹੈ। 28 ਫਰਵਰੀ ਜਿੱਥੇ ਇੰਨਾ ਟਾਈਮ ਲੰਘ ਗਿਆ, ਹਰ ਤਰੀਕ ਤੇ ਤਰੀਕ ਚੱਲਦੀ ਰਹੀ, ਇਹ ਵੀ ਵੇਖ ਲਓ 28 ਫਰਵਰੀ ਤੱਕ ਕੀ ਇਨਸਾਫ ਕਰੋਗੇ? ਕੀ ਕਰਕੇ ਕਿ ਜੇਕਰ ਸੁਖਰਾਜ ਹੋਣਾ ਜਾਂ ਬਰਗਾੜੀ ਇਨਸਾਫ ਮੋਰਚੇ ਦੇ ਸੰਚਾਲਕਾਂ ਦੀ ਗੱਲ ਕਰਕੇ ਫੜ ਕੇ ਜਿਹੜੇ ਸੰਬੰਧਤ ਧਿਰ ਗੌਰਮੈਂਟ ਉਹਨਾਂ ਨੂੰ ਅੰਦਰ ਦੇ ਵੀ ਕਦੇ ਵੀ ਨਹੀਂ ਹੋਣਾ। ਜੇਕਰ ਆਹ ਰਿਪੋਰਟ ਜਿਹੜੀ ਹੈਗੀ ਆ ਬਹਿਬਲ ਕਲਾਂ ਗੋਲੀकांड ਵਾਲੀ, ਜਿਹਦਾ ਮਤਲਬ ਖਬਰ ਵਿਜੇ ਪ੍ਰਤਾਪ ਸਿੰਘ ਹੋਣੀ ਕਹਿੰਦੇ ਆ, ਜੇਕਰ ਇਹਦੇ ਤੇ ਟ੍ਰਾਇਲ ਸ਼ੁਰੂ ਕਰਨਾ ਹੁੰਦਾ ਸਿੱਧੂ ਸਾਹਿਬ ਤਾਂ ਫਿਰ ਆਹ ਸਾਲ ਇੱਕ ਡਰਾਮਾ ਕਰਨ ਦੀ ਲੋੜ ਕੀ ਸੀ? ਉਹ ਵੀ ਨਹੀਂ ਹੋਣਾ। ਇਹ 28 ਫਰਵਰੀ ਵੀ ਕੇਵਲ ਉਹਨਾਂ ਤਰੀਕਾਂ ਵਾਂਗੂ ਹੀ ਲੰਘਣੀ ਆ ਜਿਸ ਤਰੀਕੇ ਨਾਲ ਬੀਤੇ ਦਿਨਾਂ ਬੀਤੀਆਂ ਤਰੀਕਾਂ ਜਿਹੜੀਆਂ ਲੰਘੀਆਂ ਨੇ। ਕਿਉਂਕਿ ਮੈਂ ਸੁਖਵਿੰਦਰ ਜੀ ਮੈਂ ਪਹਿਲਾਂ ਹੀ ਇਹ ਗੱਲ ਕੀਤੀ ਆ, ਨਾ ਮੋਰਚੇ ਦੇ ਸੰਚਾਲਕ ਤੇ ਨਾ ਹੀ ਸਰਕਾਰ ਸਪਸ਼ਟ ਹੈ ਕਿ ਇਨਸਾਫ ਕਰਨਾ ਕੀ ਹੈ, ਇਨਸਾਫ ਦੇਣਾ ਕਿਵੇਂ ਆ। ਘੱਟੋ ਘੱਟ ਇਹ ਤਾਂ ਪਤਾ ਲੱਗੇ ਕਿ ਤੁਸੀਂ ਮੰਗਦੇ ਕੀ ਜੇ। ਸਾਨੂੰ ਇਨਸਾਫ ਚਾਹੀਦਾ, ਕੀ ਇਨਸਾਫ ਚਾਹੀਦਾ, ਪਹਿਲਾਂ ਇਹ ਗੱਲ ਸੰਬੰਧਤ ਸਪਸ਼ਟ ਕਰੋ। ਆਹ ਸਰਕਾਰ ਤੇ ਇਹ ਦਬਾਅ ਪਾਓ। ਕੁਲਦੀਪ ਸਿੰਘ ਧਾਲੀਵਾਲ ਆਇਆ ਮੋਰਚੇ ਦੇ ਸੰਚਾਲਕ, ਕਹਿੰਦੇ ਕਿ ਭਾਈ ਸਾਹਿਬ ਉਹ ਜਿਹੜੀ ਰਿਪੋਰਟ ਆ ਉਹ ਤੇ ਟਰਾਇਲ ਸ਼ੁਰੂ ਕਰਾਓ। ਸਰਕਾਰ ਦਾ ਰੁਖ ਵੇਖੋ। ਸਰਕਾਰ ਦੂਜੇ ਪਾਸੇ ਕਹਿੰਦੀ ਕਿ ਨਹੀਂ ਅਸੀਂ ਆਪਣੀ ਉਹ ਜਿਹੜੀ SIT ਉਹ ਚੱਲ ਰਹੀ ਆ, ਉਹਦੀ ਚਾਰਜ ਸ਼ੀਟ ਅਸੀਂ ਉਦੋਂ ਤੱਕ ਸ਼ਾਮਲ ਕਰ ਦਾਂਗੇ। ਮਸਲਾ ਤਾਂ ਫਿਰ ਉੱਥੇ ਦਾ ਉੱਥੇ ਉਲਝਿਆ ਰਿਹਾ। ਦੂਜੇ ਪਾਸੇ ਖਬਰੇ ਵਿਜੇ ਪ੍ਰਤਾਪ ਸਿੰਘ ਹੁਣੀ ਕਹਿੰਦੇ ਕਿ ਹਾਂ ਵੀ ਇਨਸਾਫ ਨਹੀਂ ਜੇ ਮਿਲਣਾ, ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਕਿ ਜਿਹੜੀ ਹੁਣ SIT ਜਿਹੜੀ ਜਾਂਚ ਕਰ ਰਹੀ ਆ ਉਹਦੇ ਵਿੱਚ ਸ਼ਾਇਦ ਉਹ ਤੱਥ ਨਾ ਪੇਸ਼ ਹੋਣ ਜਿਹੜੇ ਕਦੀ ਖਬਰੇ ਵਿਜੇ ਪ੍ਰਤਾਪ ਸਿੰਘ ਨੇ ਕੀਤੇ ਸੀ। ਹੁਣ ਕੋਈ ਵੀ ਅਫਸਰ ਆਪਣੇ ਪਿਛਲੇ ਅਫਸਰ ਦੀ ਰਿਪੋਰਟ ਨੂੰ ਕਿਉਂ ਆਧਾਰ ਬਣਾ ਕੇ ਆਪਣੀ ਰਿਪੋਰਟ ਪੇਸ਼ ਕਰੇਗਾ? ਕੁਦਰਤੀ ਤੌਰ ਤੇ ਉਹ ਚਾਹੇਗਾ ਕਿ ਮੈਂ ਆਪਣੀ ਅਜਿਹੀ ਰਿਪੋਰਟ ਦਵਾਂ ਜਿਹੜੀ ਖਬਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਤੋਂ ਇੱਕ ਅਲੱਗ ਤਰ੍ਹਾਂ ਦੀ ਰਿਪੋਰਟ ਹੋਵੇ। ਤੇ ਜੇਕਰ ਉਹ ਰਿਪੋਰਟ ਅਲੱਗ ਆਊਗੀ ਤਾਂ ਕੁਦਰਤੀ ਤੌਰ ਤੇ ਖਬਰ ਵਿਜੇ ਪ੍ਰਤਾਪ ਦਾ ਇਹ ਕਹਿਣਾ ਬਣਦਾ ਔਰ 100% ਇਹ ਗੱਲ ਠੀਕ ਆ ਕਿ ਭਈ ਇਨਸਾਫ ਨਹੀਂ ਜੇ ਮਿਲਣਾ। ਕਿਉਂਕਿ ਬੀਤੇ ਦੌਰ 'ਚ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੀ ਇੰਟੈਰੋਗੇਸ਼ਨ ਹੋਈ, ਜਿਸ ਤਰੀਕੇ ਨਾਲ ਉਹਨਾਂ ਨੂੰ SIT ਨੇ ਸੱਦਿਆ, ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ, ਤੇ ਸੁਖਬੀਰ ਸਿੰਘ ਬਾਦਲ ਆਉਣ ਕੇ ਬਾਅਦ ਮੁੱਛਾਂ ਨੂੰ ਤਾਰ ਦੇ ਕੇ ਇਹ ਗੱਲ ਆਖਦਾ ਕਿ ਹਾਂ ਵੀ ਜਦੋਂ ਸਾਡੀ ਸਰਕਾਰ ਆਈ ਤੇ ਖਬਰ ਵਿਜੇ ਪ੍ਰਤਾਪ ਨੂੰ ਵੇਖਾਂਗੇ, ਉਹਦੇ ਤੋਂ ਅਨੁਮਾਨ ਕੀ ਲਾਇਆ ਜਾ ਸਕਦਾ? ਖਬਰ ਵਿਜੇ ਪ੍ਰਤਾਪ ਚ ਲੱਗ ਰਿਹਾ ਹੈ ਜਿਵੇਂ ਵਿਰੋਧੀ ਇੰਜ ਲੱਗ ਰਿਹਾ ਕਿ ਜਿਹਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਉਹ ਵੀ ਇੱਕ ਪਾਸੇ ਹੋ ਗਈ, ਸਰਕਾਰ ਵੀ ਇੱਕ ਪਾਸੇ ਹੋ ਗਈ, ਜਿਹੜਾ ਮੋਰਚਾ ਵੀ ਇੱਕ ਪਾਸੇ ਹੋ ਗਿਆ, ਤੇ ਰਹਿ ਗਏ ਸਿਰਫ ਇਨਸਾਫ ਵਾਲੇ ਪਾਸਿਓਂ ਕੁਮਰ ਵਿਜੇ ਪ੍ਰਤਾਪ। ਇੰਜ ਲੱਗਦਾ ਕਿ ਇਕੱਲੇ ਪਏ ਜਾਪਦੇ ਆ। ਬਹੁਤ ਸੋਹਣੀ ਸੁਖਵਿੰਦਰ ਜੀ ਤੁਸੀਂ ਇਹ ਗੱਲ ਕੀਤੀ ਆ ਕਿ ਉਹ ਵਿਅਕਤੀ ਵਾਕਿਆ ਹੀ ਠੱਗਿਆ ਗਿਆ। ਅਸੀਂ ਇਹੋ ਕਹਿ ਸਕਦੇ ਆਪਣਿਆਂ ਕੋਲੋਂ ਵੀ ਠੱਗਿਆ ਗਿਆ, ਦੂਜੇ ਪਾਸੇ ਲੋਕਾਂ ਦੀ ਜਿੱਥੇ ਲੋਕਾਂ ਵਾਸਤੇ ਜਾਂ ਆਪਣੀ ਕੌਮ ਵਾਸਤੇ ਜਿਹਦੀ ਗੱਲ ਕੀਤੀ ਉਹ ਵੀ ਸਾਰੇ ਇੱਕ ਪਾਸੇ ਹੋ ਗਏ। ਕੁਦਰਤੀ ਤੌਰ ਤੇ ਉਸ ਕਾਫਲੇ ਦੇ ਵਿੱਚੋਂ ਇਕੱਲੇ ਹੀ ਰਹਿ ਕੇ ਕਹਿਣ ਦਾ ਅਰਥ ਹੈ ਕਿ ਸੁਖਵਿੰਦਰ ਜੀ ਉਹ ਤਾਂ ਫਿਰ ਬੰਦੇ ਨੇ ਨੌਕਰੀ ਵੀ ਗਵਾਈ। ਪ੍ਰਤਾਪ ਸਿੰਘ ਅਸਤੀਫਾ ਦਿੱਤਾ, ਉਹ ਮੋਰਚਾ ਵੀ ਜਿਹੜੀ ਕੁਮਰ ਦੀ ਗੱਲ ਨਹੀਂ ਸੁਣਨ ਨੂੰ ਤਿਆਰ। ਕਮ ਸੇ ਕਮ ਇਹ ਸਰਕਾਰ ਨੂੰ ਇਹ ਗੱਲ ਕਹਿਣ ਕਿ ਭਾਈ ਕੁਮਰ ਵਿਜੇ ਪ੍ਰਤਾਪ ਜਿਹਨੂੰ ਤੁਸੀਂ ਲੈ ਕੇ ਆਂਦਾ ਸੀ ਉਹ ਕਿੱਥੇ ਹੈ? ਕੁਮਰ ਵਿਜੇ ਪ੍ਰਤਾਪ ਦੀ ਉਹ ਰਿਪੋਰਟ ਜਿਹੜੀ ਬਚੀ ਪਈ ਹੈ ਬਹਿਬਲ ਕਲਾਂ ਵਾਲੀ, ਜਿਹਦੇ ਵਿੱਚ ਸਾਨੂੰ ਇਨਸਾਫ ਚਾਹੀਦਾ ਹੈ, ਉਹ ਤੇ ਟ੍ਰਾਇਲ ਚਲਾਉਂਦੇ ਕਿਉਂ ਨਹੀਂ? ਯਾਨੀ ਇਹ ਤਾਂ ਆਪਦੀਆਂ ਹੀ, ਜਿਵੇਂ ਕਹਿੰਦੇ ਹੁੰਦੇ ਨਾ ਕਿ ਚੌਧਰ ਦੇ ਭੁੱਖੇ ਵਾਲੀ ਗੱਲ ਹੈ। ਚੌਧਰ ਕਰ ਲੈਂਦੇ ਆ, ਮੰਤਰੀ ਆ ਜਾਂਦਾ ਚੌਧਰ ਕਰ ਲੈਂਦੇ ਆ, ਜਿਹੜੀ ਕੰਮ ਦੀ ਗੱਲ ਆ ਉਹ ਕੋਈ ਕਰਦਾ ਹੀ ਨਹੀਂ। ਤੇ ਇੰਜ ਜਾਪਦਾ, ਮੈਂ ਫਿਰ ਉਹੀ ਗੱਲ ਕਹਿ ਰਿਹਾ, ਇੰਜ ਜਾਪਦਾ ਕਿ ਜਿਵੇਂ ਇਨਸਾਫ ਨੂੰ ਲੈ ਕੇ ਸਿਰਫ ਕੁਮਰ ਵਿਜੇ ਪ੍ਰਤਾਪ ਇਕੱਲੇ ਪੈ ਕੇ ਜਾਪਦੇ ਆ, ਬਾਕੀ ਸਾਰੀਆਂ ਧਿਰਾਂ ਚਾਹੇ ਉਹ ਦੋਸ਼ੀ ਹੈ, ਚਾਹੇ ਉਹ ਇਨਸਾਫ ਲੈਣ ਵਾਲੇ ਆ ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਚਾਹੇ ਉਹ ਪੀੜਤ ਹੈ, ਚਾਹੇ ਉਹ ਸਰਕਾਰ ਹੈ, ਬਾਕੀ ਇੱਕ ਪਾਸੇ ਲੱਗ ਰਹੇ ਆ। ਕੁਮਰ ਵਿਜੇ ਪ੍ਰਤਾਪ ਪੁਆਇੰਟ ਤੇ ਖੜੇ ਇੱਕ ਪਾਸੇ ਲੱਗ ਰਹੇ ਆ। ਸੁਖਵਿੰਦਰ ਜੀ ਬੜੀ ਦਿਲਚਸਪ ਜਿਹੜੀ ਸਥਿਤੀ ਜਿਹੜੀ ਤੁਸੀਂ ਬਿਆਨ ਕੀਤੀ ਹੈ ਕਿ ਵਾਕਿਆ ਹੀ ਸਾਰੀਆਂ ਧਿਰਾਂ ਇੱਕ ਬੰਨੇ ਹੋ ਗਈਆਂ ਤੇ ਉਹ ਬੰਦਾ ਜਿਸ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ, ਦੂਜੇ ਪਾਸੇ ਵਿਰੋਧੀਆਂ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨੇ ਤੇ ਆਇਆ, ਪਰ ਅਜੇ ਵੀ ਇਸ ਤੋਂ ਦੇ ਬਾਵਜੂਦ ਵੀ ਉਹ ਬੰਦਾ ਅਜੇ ਤੱਕ ਇਸ ਮੁੱਦੇ ਤੇ ਅਜੇ ਵੀ ਪੂਰਨ ਤੌਰ ਤੇ ਅੜਿਆ ਹੋਇਆ ਕਿ ਹਾਂ ਭਈ ਇਨਸਾਫ ਇਸ ਤਰੀਕੇ ਨਾਲ ਮਿਲਣਾ, ਜੇ ਇਸ ਤਰੀਕੇ ਨਾਲ ਨਹੀਂ ਮਿਲਣਾ ਤਾਂ ਉਸ ਦੀ ਲੜਾਈ ਜਿਹੜੀ ਹੈ ਇੱਕ ਕਿਸਮ ਤੇ ਲੱਗਦਾ ਕਿ ਜਿਵੇਂ ਵਾਕਿਆ ਹੁਣ ਉਹ ਇਕੱਲੇ ਹੀ ਇਸ ਲੜਾਈ ਨੂੰ ਲੜਦੇ ਪਏ ਨੇ ਤਾਂ ਸ਼ਾਇਦ ਕੋਈ ਵੀ ਸਾਥ ਜਿਹੜਾ ਨਹੀਂ ਆ। ਪਰ ਸੁਖਵਿੰਦਰ ਜੀ ਇੱਕ ਇਹ ਵੀ ਗੱਲ ਹੈਗੀ ਆ, ਜਦੋਂ ਇਹੋ ਜਿਹਾ ਹਨੇਰਾ ਹੁੰਦਾ ਨਾ ਤਾਂ ਫਿਰ ਇੱਕ ਸਵੇਰ ਦੀ ਉਡੀਕ ਜ਼ਰੂਰ ਹੁੰਦੀ ਆ। ਸੁਰਜੀਤ ਪਾਤਰ ਦੀਆਂ ਨਜ਼ਮ ਜਿਹੜੀ ਗਜ਼ਲ ਹੈ ਨਾ ਬੜੀ ਮਸ਼ਹੂਰ, ਕੁਝ ਕਿਹਾ ਤਾਂ ਹਨੇਰਾ ਜ਼ਰੇ ਕਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਉਹਦੇ ਵਿੱਚ ਸੁਖਵਿੰਦਰ ਜੀ ਇਹੋ ਸਥਿਤੀ ਆ। ਬੇਸ਼ੱਕ ਅੱਜ ਖਬਰ ਵਿਜੇ ਪ੍ਰਤਾਪ ਸਿੰਘ ਹੁਣੀ ਇਸ ਮੁੱਦੇ ਤੇ ਲੱਗਦੇ ਹੁਣ ਆਪਣੇ ਆਪ ਨੂੰ ਕਿ ਅਲੱਗ ਥਲੱਗ ਇਕੱਲੇ ਪੈ ਗਏ ਨੇ ਕਿਉਂਕਿ ਸਰਕਾਰ ਦੇ ਵਿੱਚ ਉਹਨਾਂ ਦੀ ਸੁਣੀ ਨਹੀਂ ਜਾ ਰਹੀ। ਉਹ ਕਹਿੰਦੇ ਨੇ ਕਿ ਏਦਾਂ ਕਰੋ ਵਿਧਾਨ ਸਭਾ ਦੀ ਫਲੋਰ ਤੋਂ ਇਸ ਮੁੱਦੇ ਤੇ ਉਹ ਸਭਾ ਮੰਗਦੇ ਨੇ, ਕਰਤਾਰ ਸਿੰਘ ਸਰਮਾ ਉਹਨਾਂ ਨੂੰ ਚੁੱਪ ਕਰਾ ਦਿੰਦੇ ਆ। ਬਰਗਾੜੀ ਇਨਸਾਫ ਮੋਰਚੇ ਵਿੱਚ ਜਾ ਕੇ ਉੱਥੇ ਬੋਲਦੇ ਨੇ, ਉੱਥੇ ਜਿਹੜੇ
ਮੋਰਚੇ ਦੇ ਸੰਚਾਲਕ ਨੇ ਫੋਟੋਆਂ ਜ਼ਰੂਰ ਖਿਚਾ ਲੈਂਦੇ ਆ ਵੀ ਉਹਦੀ ਗੱਲ ਵੀ ਮੰਨ ਲਓ ਕਿ ਜੋ ਉਹ ਕਹਿ ਰਿਹਾ ਉਸ ਰਿਪੋਰਟ ਦੇ ਉੱਤੇ ਜ਼ੋਰ ਪਾ ਲਓ, ਉੱਥੇ ਉਹ ਵੀ ਕੁਝ ਨਹੀਂ। ਪਰ ਉਸ ਵਿਅਕਤੀ ਦੀ ਫਿਰ ਵੀ ਬਹਾਦਰੀ ਹੈ, ਸ਼ਾਬਾਸ਼ ਦੇਣੀ ਬਣਦੀ ਆ। ਉਹ ਅੱਜ ਵੀ ਆਪਣੇ ਉਸ ਸਟੈਂਡ ਤੇ ਕਾਇਮ ਆ ਔਰ ਇਹ ਗੱਲ ਜਿਸ ਤਰੀਕੇ ਨਾਲ ਉਹਨਾਂ ਨੇ ਕਹੀ ਕਿ ਹਾਂ ਵੀ ਜਿਹੜਾ ਅੱਜ ਦੀ ਤਰੀਕ 'ਚ ਵੀ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਤੁਹਾਨੂੰ ਇਨਸਾਫ ਮਿਲੇਗਾ ਜਾਂ ਤੁਹਾਨੂੰ ਇਨਸਾਫ ਦਵਾ ਦਿੱਤਾ ਜਾਏਗਾ, ਸਮਝ ਲਓ ਉਹ ਵਿਅਕਤੀ ਸਾਫ਼ ਝੂਠ ਬੋਲਦਾ ਪਿਆ। ਇੰਨੀ ਵੱਡੀ ਗੱਲ ਕਹਿਣੀ ਆਪਣੀ ਹੀ ਸਰਕਾਰ ਦੇ ਮੰਤਰੀਆਂ, ਆਪਣੇ ਹੀ ਵਿਧਾਇਕਾਂ ਦੇ ਖਿਲਾਫ ਜਾਂ ਮੰਤਰੀ ਦੇ ਖਿਲਾਫ, ਸੁਖਵਿੰਦਰ ਜੀ ਜਿਗਰਾ ਚਾਹੀਦਾ, ਹੌਸਲਾ ਚਾਹੀਦਾ, ਕੁਝ ਕੁਰਬਾਨ ਕਰ ਦੂ ਸਭ ਕੁਝ ਲਟਾਉਣ ਨੂੰ। ਤੇ ਸ਼ਾਇਦ ਉਹ ਹੌਸਲਾ ਇਸ ਵੇਲੇ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਵਿੱਚ ਹੈਗਾ, ਜਿਸ ਕਰਕੇ ਉਹ ਅੱਜ ਵੀ ਇਸ ਮੁੱਦੇ ਤੇ ਅੜਿਆ, ਇਸ ਮੁੱਦੇ ਦੀ ਸਥਿਤੀ ਨੂੰ ਪੂਰਨ ਤੌਰ ਤੇ ਸਾਫ਼ ਤੇ ਸਪਸ਼ਟ ਬਿਆਨ ਕਰਦਿਆਂ ਹੋਇਆ ਕਹਿ ਰਿਹਾ ਜੀ ਕਿ ਹਾਂ ਵੀ ਮਿੱਤਰ ਪਿਆਰਿਓ, ਇਹਨਾਂ ਗੱਲਾਂ 'ਚ ਨਾ ਆਓ, ਜੇ ਕੋਈ ਕਾਰਵਾਈ ਕਰਨੀ ਹੈ ਤਾਂ ਫਿਰ ਚੱਜ ਨਾ ਕਰੋ, ਨਹੀਂ ਤੇ ਇਹ ਲੋਕ ਤੁਹਾਨੂੰ ਬੇਵਕੂਫ ਬਣਾਉਣਗੇ ਤੇ ਬੇਵਕੂਫ ਤੁਸੀਂ ਬਣ ਗਏ ਜੇ। ਪਰਦੇ ਦੇ ਪਿੱਛੇ ਸ਼ਾਸਕਾਂ ਜਿਹੜੀਆਂ ਹੁੰਦੀਆਂ, ਉਹ ਚਾਹੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸੀ ਤੇ ਚਾਹੇ ਕਾਂਗਰਸ ਦੇ ਸਮੇਂ ਸੀ ਤੇ ਚਾਹੇ ਆਮ ਆਦਮੀ ਪਾਰਟੀ ਦੇ ਸਮੇਂ, ਸੁਖਵਿੰਦਰ ਜੀ ਉਹ ਇਸੇ ਤਰੀਕੇ ਨਾਲ ਹੀ ਚੱਲਣਾ ਤੇ ਇਸੇ ਤਰੀਕੇ ਨਾਲ ਚੱਲਦਾ ਪਿਆ। ਪਰ ਸ਼ਾਇਦ ਇਸ ਦੁੱਖ ਜਿਹੜਾ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਆ, ਸ਼ਾਇਦ ਤਾਂ ਹੀ ਉਹਨਾਂ ਦੇ ਇਹੋ ਜਿਹੇ ਜਿਹੜੇ ਬਿਆਨ ਜਿਹੜੇ ਆ ਆਉਂਦੇ ਨੇ ਕਿ ਮਿੱਤਰ ਪਿਆਰਿਓ ਇਨਸਾਫ ਨਹੀਂ ਜੇ ਮਿਲਣਾ, ਇਨਸਾਫ ਜੇ ਮਿਲਣਾ ਤੇ ਫਿਰ ਕੁਝ ਕਰਨਾ ਪਏਗਾ। ਇਹ ਧਰਨਿਆਂ ਦੇ ਨਾਲ ਕੁਝ ਨਹੀਂ ਹੋਣਾ। ਬਾਕੀ ਸੁਖਵਿੰਦਰ ਜੀ ਇਹ ਗੱਲ ਪੱਕੀ ਆ, ਧਰਨਾ ਲੱਗਦਾ ਧਰਨਾ ਉੱਠ ਜਾਂਦਾ। ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਕੱਲ ਮੁੱਖ ਮੰਤਰੀ ਸਾਹਿਬ ਦਾ ਟਵੀਟ 12 ਵਜੇ ਆਉਂਦਾ ਤੇ ਸ਼ਾਮ ਨੂੰ ਸਾਰਾ ਕੰਮ ਖਤਮ ਹੋ ਜਾਂਦਾ, ਕਿ ਮੁੱਖ ਮੰਤਰੀ ਸਾਹਿਬ ਦਾ ਟਵੀਟ ਇੰਨਾ ਪਾਵਰਫੁਲ ਹੈ ਕਿ ਇੱਕਦਮ ਟਵੀਟ ਪੜਿਆ ਤੇ ਮੋਰਚੇ ਨੇ ਕਹਿੰਦਾ ਠੀਕ ਆ, ਹੀ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਆ। ਕਮਾਲ ਆ, ਮੋਰਚਾ ਲਾਉਣ ਵਾਲੇ ਤੇ ਅੱਗੋਂ ਟਵੀਟ ਕਰਨ ਵਾਲੇ, ਇਸ ਤੋਂ ਵੱਧ ਕੀ ਕਿਹਾ ਜਾ ਸਕਦਾ ਜੀ। ਬਿਲਕੁਲ। ਚਲੋ ਅੰਕ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਛੋੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।